11 ਪੋਹ ਦਾ ਦਿਨ ਚੜ੍ਹਦਾ। ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਰਥ ਵਿੱਚ ਬਿਠਾ ਕਰਕੇ ਸਰਹੰਦ ਲਿਜਾਇਆ ਗਿਆ ਅਤੇ ਸਰਹੰਦ ਦੀ ਜੋ ਉੱਥੇ ਉਹ ਸਾਰੇ ਸਿਪਾਹੀ, ਜੋ ਫੌਜ, ਸੁੱਚਾ ਨੰਦ ਵਰਗੇ ਦੁਸ਼ਟ ਲੋਕ, ਉਹਨਾਂ ਨੇ ਮਾਤਾ ਜੀ ਨੂੰ ਤਾਂ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਤੇ ਆਖਿਆ ਕਿ ਇਹਨਾਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦੇ ਤਾਂ ਆਪਾਂ ਕਹਿੰਦੇ ਆ ਨਾ, ਕਿਉਂਕਿ ਆਪਾਂ ਗੁਰੂ ਨੂੰ ਸੱਚਾ ਪਾਤਸ਼ਾਹ ਆਖਦੇ ਹਾਂ, ਤੇ ਸੱਚੇ ਪਾਤਸ਼ਾਹ ਦੀ ਜਿਹੜੀ ਸੰਤਾਨ ਹੈ ਉਹਨਾਂ ਦੇ ਵਾਸਤੇ ਵੀ ਸੋਹਣਾ ਸ਼ਬਦ ਹੀ ਚਾਹੀਦਾ ਸੀ। ਉਹ ਅਸੀਂ ਵਰਤਿਆ ਸਾਹਿਬਜ਼ਾਦੇ, ਸਾਡੇ ਸਾਹਿਬ ਦੇ ਜਾਏ, ਪਰ ਉਹ ਤਾਂ ਕੁਝ ਹੋਰ ਹੀ ਕਹਿੰਦੇ ਸੀ ਨਾ। ਉਹ ਤਾਂ ਸਾਡੀ ਜ਼ੁਬਾਨ ਵੀ ਕਹਿਣ ਲੱਗਿਆਂ ਕੰਬਦੀ ਹੈ। ਉਹ ਤਾਂ ਗੁਰੂ ਸਾਹਿਬ ਮਹਾਰਾਜ ਜੀ ਨੂੰ ਸੱਪ ਕਹਿੰਦੇ ਤੇ ਇਹਨਾਂ ਬੱਚਿਆਂ ਨੂੰ ਕਹਿੰਦੇ ਸੀ ਇਹ ਸੱਪ ਦੇ ਬੱਚੇ ਨੇ। ਸਪੋਲੀਏ ਤੱਕ ਆਖਿਆ ਉਸ ਝੂਠੇ ਨੰਦ ਨੇ, ਕਿਉਂਕਿ ਉਹਦੇ ਕਰਮ ਜਿਹੜੇ ਨਾਮ ਦੇ ਨਾਲ ਮੇਲ ਨਹੀਂ ਸੀ ਖਾਂਦੇ। ਇਤਿਹਾਸ ਵਿੱਚ ਇਹ ਕਈ ਘਟਨਾਵਾਂ ਨੇ। ਇੱਕ ਜਿਹੜਾ ਇਹ ਆਨੰਦਪੁਰ ਜਦੋਂ ਛੱਡਣ ਤੋਂ ਪਹਿਲਾਂ ਉਹ ਪਹਾੜੀਆਂ ਦਾ ਦੂਤ ਆਉਂਦਾ ਸੀ ਨਾ, ਏਲਚੀ ਪਰਮਾਨੰਦ, ਉਹਨੂੰ ਪੰਮਾ ਪੁਰੋਹਿਤ ਕਹਿੰਦੇ ਸੀ ਸਿੱਖ, ਕਿਉਂਕਿ ਪਰਮਾਨੰਦ ਤਾਂ ਰੱਬ ਦੇ ਵਾਸਤੇ ਵੀ ਨਾਮ ਕਹਿੰਦੇ। ਇਹ ਇਸ ਦੁਸ਼ਟ ਬੰਦੇ, ਚਲਾਕ ਬੰਦੇ ਵਾਸਤੇ ਇਹ ਨਾਮ ਨਹੀਂ ਅਸੀਂ ਵਰਤਣਾ, ਉਹਨੂੰ ਪੰਮਾ ਪੁਰੋਹਿਤ ਕਹਿੰਦੇ ਸੀ। ਇੱਦਾਂ ਹੀ ਇਹ ਸੁੱਚਾ ਨੰਦ, ਇਹ ਤੇ ਝੂਠਾ ਨੰਦ ਹੈ। ਇੱਕ ਦੀਵਾਨ ਕੌੜਾ ਮੱਲ ਹੋਇਆ ਇਤਿਹਾਸ ਵਿੱਚ, ਤੇ ਉਹ ਬੜਾ ਸਿੱਖਾਂ ਦਾ ਹਮੈਤੀ ਸੀ। ਜਿੱਥੋਂ ਤੱਕ ਉਹਦੀ ਵਾਹ ਲੱਗਦੀ ਸੀ ਉਹ ਕਈ ਕੰਮ ਸਵਾਰ ਦਿੰਦਾ ਸੀ ਸਿੱਖਾਂ ਦੇ। ਉਹਨੂੰ ਸਿੱਖ ਪਿਆਰ ਦੇ ਨਾਲ ਮਿੱਠਾ ਮੱਲ ਕਹਿੰਦੇ ਸੀ, ਨਾ ਉਹਦਾ ਕੌੜਾ ਮੱਲ ਸੀ। ਸੋ ਇਹ ਝੂਠੇ ਨੰਦ ਨੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ। ਠੰਡਾ ਬੁਰਜ ਉਹ ਥਾਂ ਹੈ ਜੋ ਗਰਮੀਆਂ ਦੇ ਵਿੱਚ ਵੀ ਇੱਥੇ ਠੰਡੀ ਹਵਾ ਆਉਂਦੀ ਸੀ। ਆਲੇ ਦੁਆਲਿਓਂ ਉਹ ਪਾਣੀ ਦਾ ਵਹਾਅ ਇਸ ਢੰਗ ਦੇ ਨਾਲ ਲੰਘਾਇਆ ਸੀ। ਤੇ ਇਹ ਤੇ ਹੈ ਹੀ ਪੋਹ ਦਾ ਮਹੀਨਾ ਸੀ। ਇਹ 11 ਪੋਹ ਦਾ ਜਿਹੜਾ ਦਿਨ ਦਾ ਇਤਿਹਾਸ ਚੱਲ ਰਿਹਾ, ਜਿੱਥੇ ਆਪਾਂ ਪਹੁੰਚੇ ਹੋਏ ਹਾਂ ਇਸ ਲੜੀ ਤੇ। 11 ਪੋਹ ਨੂੰ ਮਾਤਾ ਜੀ ਨੂੰ ਠੰਡੇ ਬੁਰਜ ਭੇਜਿਆ ਤੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਆਂਦਾ। ਵਜ਼ੀਰ ਖਾਂ ਦਾ ਦੀਵਾਨ ਸਜਿਆ ਹੋਇਆ। ਇਹ ਗੁਰੂ ਕੇ ਦੋਵੇਂ ਨੌ ਨਿਹਾਲ, ਭਾਵੇਂ ਬੜਾ ਤਸੱਦਦ ਹੋਇਆ, ਕੁੱਟਿਆ ਮਾਰਿਆ ਗਿਆ ਜਾਨੀ ਖਾਂ ਤੇ ਮਾਨੀ ਖਾਂ ਦੇ ਸਿਪਾਹੀਆਂ ਦੇ ਵੱਲੋਂ, ਪਰ ਜਦੋਂ ਇਹ ਕਚਹਿਰੀ ਦੇ ਅੰਦਰ ਆਏ ਤੇ ਆਉਂਦਿਆਂ ਸਾਰ ਇਹਨਾਂ ਨੇ ਬੋਲੇ ਸੋ ਨਿਹਾਲ ਦੇ ਜਕਾਰੇ ਲਗਾਏ। ਉੱਚੀ ਆਵਾਜ਼ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਆ। ਤੇ ਸੁੱਚਾ ਨੰਦ ਕੜਕ ਕੇ ਬੋਲਿਆ ਕਿ ਬੱਚਿਓ, ਇਹ ਤੁਹਾਡੇ ਗੁਰੂ ਗੋਬਿੰਦ ਸਿੰਘ, ਤੁਹਾਡੇ ਪਿਤਾ ਦਾ ਦਰਬਾਰ, ਇਹ ਆਨੰਦਪੁਰ ਨਹੀਂ ਹੈ, ਇਹ ਸੂਬੇ ਦੀ ਕਚਹਿਰੀ ਹੈ। ਸੂਬੇ ਨੂੰ ਸਲਾਮ ਕਰੋ, ਸੀਸ ਨਿਵਾਓ। ਤਾਂ ਸਾਹਿਬਜ਼ਾਦੇ ਆਖਣ ਲੱਗੇ ਗੁਰੂ ਕੇ ਲਾਲ ਕਿ ਅਸੀਂ ਤਾਂ ਗੁਰੂ ਪਿਤਾ ਦੀ ਬਖਸ਼ੀ ਫਤਿਹ ਹੀ ਗਜਾਉਣੀ ਹੈ ਤੇ ਸਲਾਮ ਅਸੀਂ ਕੇਵਲ ਇੱਕ ਅਕਾਲ ਪੁਰਖ ਨੂੰ ਕਰਦੇ ਹਾਂ। ਤੇ ਜਦੋਂ ਇਸ ਤਰ੍ਹਾਂ ਇਹ ਜਵਾਬ ਸੁਣੇ, ਸਾਰੇ ਹੈਰਾਨ ਰਹਿ ਗਏ ਕਿ ਇਹ ਨਿੱਕੀਆਂ ਨਿੱਕੀਆਂ ਮਾਸੂਮ ਜਿੰਦਾਂ, ਇਹਨਾਂ ਦੇ ਕਿਤਨੇ ਵੱਡੇ ਬੁਲੰਦ ਹੌਸਲੇ ਨੇ। ਤੇ ਉਹ ਵਜ਼ੀਰ ਖਾਨ ਜਿਹੜਾ ਹੈ, ਉਹ ਸੁੱਚਾ ਨੰਦ ਨੂੰ ਕਹਿੰਦਾ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਸੁੱਚਾ ਨੰਦ ਹੋਰਾਂ ਨੇ ਇੱਕ ਉੱਥੇ ਇਹ ਤਰਤੀਬ ਖੇਡੀ। ਸੁੱਚਾ ਨੰਦ ਕਹਿਣ ਲੱਗਾ ਵੀ ਤੁਸੀਂ ਇਸਲਾਮ ਕਬੂਲ ਕਰੋ ਤੇ ਤੁਹਾਨੂੰ ਰਾਜ ਕੁਆਰੀਆਂ ਦੇ ਨਾਲ ਨਿਕਾਹ ਕੀਤੇ ਜਾਣਗੇ। ਤੁਹਾਡੇ ਸੇਵਾਦਾਰ, ਨੌਕਰ ਚਾਕਰ, ਹਾਥੀ ਘੋੜੇ, ਸਭ ਕੁਝ ਤੁਹਾਨੂੰ ਰਾਜ ਭਾਗ ਦੇ ਸੁੱਖ ਦਿੱਤੇ ਜਾਣਗੇ। ਲਾਲਚ ਦਿੱਤਾ ਗਿਆ। ਪਰ ਸਾਹਿਬਜ਼ਾਦੇ ਉਸ ਸੁੱਚਾ ਨੰਦ ਨੂੰ ਆਖਦੇ ਨੇ ਕਿ ਅਸੀਂ ਤੇਰੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ। ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹਾਂ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੁਹਾਡੀ ਹਕੂਮਤ ਨੇ ਪੂਰਾ ਜ਼ੋਰ ਲਾ ਲਿਆ
ਜੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਤੇ ਅਸੀਂ ਆਪਣਾ ਧਰਮ ਕਿਵੇਂ ਛੱਡ ਦਿਆਂਗੇ। ਤਾਂ ਹੁਣ ਇਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਬਾਕੀ ਦੀਆਂ ਗੱਲਾਂ ਇਹਨਾਂ ਦੇ ਨਾਲ ਕੱਲ੍ਹ ਕਰਾਂਗੇ। ਸਾਹਿਬਜ਼ਾਦਿਆਂ ਨੂੰ ਵੀ ਮਾਤਾ ਗੁਜਰੀ ਜੀ ਦੇ ਕੋਲ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ, ਕਿਉਂਕਿ ਉਹ ਮਾਰਨਾ ਨਹੀਂ ਸੀ ਚਾਹੁੰਦੇ। ਵਜ਼ੀਰ ਖਾਂ ਵਰਗੇ ਇਹ ਮਾਰਨਾ ਨਹੀਂ ਸੀ ਚਾਹੁੰਦੇ ਸਾਹਿਬਜ਼ਾਦਿਆਂ ਨੂੰ, ਇਹ ਚਾਹੁੰਦੇ ਸੀ ਮੁਸਲਮਾਨ ਬਣ ਜਾਣ, ਇਹ ਇਸਲਾਮ ਕਬੂਲ ਕਰ ਲੈਣ। ਅਸੀਂ ਇਹ ਤਾਂ ਆਖ ਸਕੀਏ ਨਾ ਵੀ ਕੋਈ ਤਾਂ ਐਸਾ ਸਿੱਖ ਹੋਇਆ ਨਾ ਵੀ ਗੁਰੂ ਕੇ ਲਾਲਾ ਨੂੰ ਤਾਂ ਅਸੀਂ ਇਸਲਾਮ ਵਿੱਚ ਲੈ ਆਂਦਾ। ਅੱਜ ਹੁਣ ਇਸ ਚੰਡਾਲ ਚੌਂਕੜੀ ਨੇ ਇੱਕ ਹੋਰ ਵਿਉਂਤ ਬਣਾਈ, ਕਹਿਣ ਲੱਗੇ ਵੀ ਅਸੀਂ ਉਹਨਾਂ ਨੂੰ ਆਖਿਆ ਵੀ ਸਲਾਮ ਕਰੋ, ਉਹਨਾਂ ਨੇ ਸੂਬਾ ਸਰਹੰਦ ਨੂੰ ਸਲਾਮ ਨਹੀਂ ਕੀਤੀ। ਕਹਿੰਦੇ ਅੱਜ ਵੱਡਾ ਦਰਵਾਜ਼ਾ ਨਹੀਂ ਖੋਲ੍ਹਣਾ, ਉਹ ਇੱਕ ਛੋਟੀ ਜੀ ਜਿਹੜੀ ਖਿੜਕੀ ਸੀ ਉਹ ਖੋਲ੍ਹ ਦਿੱਤੀ ਗਈ। ਵਿਉਂਤ ਪਹਿਲੇ ਹੀ ਬਣੀ ਹੋਈ ਸੀ। ਤੇ ਜਦੋਂ ਉਹ ਦੂਜੇ ਦਿਨ ਲੈਣ ਗਏ ਨੇ, 12 ਪੋਹ ਦਾ ਜਿਹੜਾ ਦਿਨ ਚੜ੍ਹਦਾ, ਸਾਰੀ ਰਾਤ ਜਿਹੜੀ ਇਹ 11 ਪੋਹ ਦੀ ਰਾਤ ਹੈ, ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਦੇ ਵਿੱਚ ਬਿਤਾਈ ਹੈ। ਤੇ ਹੁਣ ਜਦੋਂ 12 ਪੋਹ ਦਾ ਦਿਨ ਚੜ੍ਹਦਾ, ਸਿਪਾਹੀ ਲੈਣ ਜਾਂਦੇ ਨੇ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਇਹਨਾਂ ਨਿੱਕੇ ਨਿੱਕੇ ਲਾਲਾਂ ਨੇ ਭਾਈ ਤੁਹਾਡਾ ਕੀ ਵਿਗਾੜਿਆ ਜੋ ਇਹਨਾਂ ਤੇ ਤੁਸੀਂ ਇੰਨਾ ਜ਼ੁਲਮ ਕਰਦੇ ਪਏ ਹੋ। ਉਹ ਸਿਪਾਹੀ ਗੁਰੂ ਕੇ ਲਾਲਾਂ ਨੂੰ ਲੈ ਕੇ ਕਚਹਿਰੀ ਵੱਲ ਤੁਰੇ ਆਉਂਦੇ ਨੇ। ਬਣੀ ਹੋਈ ਵਿਉਂਤ ਮੁਤਾਬਕ ਪਹਿਲਾਂ 2 ਸਿਪਾਹੀ ਸਿਰ ਝੁਕਾ ਕੇ ਨੀਵੇਂ ਹੋ ਕੇ ਉਸ ਖਿੜਕੀ ਥਣੀ ਅੰਦਰ ਲੰਘੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਇਹ ਸੀ ਕਿ ਜਦੋਂ ਇਹ ਸਾਹਿਬਜ਼ਾਦੇ ਆਉਣਗੇ, ਝੁੱਕ ਕੇ ਲੰਘਣਗੇ, ਤੇ ਸਾਹਮਣੇ ਉਹਨਾਂ ਨੇ ਵਜ਼ੀਰ ਖਾਂ ਦਾ ਤਖਤ ਲਾਇਆ ਸੀ। ਕਹਿੰਦੇ ਅਸੀਂ ਕਵਾਂਗੇ ਵੀ ਬਾਦਸ਼ਾਹ ਨੂੰ ਸਲਾਮ ਹੋ ਗਈ। ਪਰ ਗੁਰੂ ਕੇ ਲਾਲ ਬੜੇ ਚਤੰਨ ਸਨ, ਉਹ ਬੱਚੇ ਨਹੀਂ ਸਨ, ਕਿਉਂਕਿ ਉਹਨਾਂ ਦੀਆਂ ਕਰਨੀਆਂ ਇੰਨੀਆਂ ਵੱਡੀਆਂ ਨੇ, ਇੰਨੀਆਂ ਮਹਾਨ ਨੇ, ਤਾਂ ਹੀ ਤਾਂ ਉਹਨਾਂ ਨੂੰ ਅਸੀਂ ਬਾਬਾ ਸ਼ਬਦ ਨਾਲ ਯਾਦ ਕਰਦੇ ਹਾਂ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਉਹ ਬਾਬੇ ਸਨ। ਉਮਰਾਂ ਭਾਵੇਂ ਛੋਟੀਆਂ ਨੇ, ਤੇ ਉਹਨਾਂ ਨੇ ਵੇਖ ਲਿਆ ਤੇ ਉਹਨਾਂ ਨੇ ਪਹਿਲਾਂ ਸਿਰ ਝੁਕਾ ਕੇ ਤਾਂ ਕੀ ਲੰਘਣਾ ਸੀ, ਉਹਨਾਂ ਨੇ ਪਹਿਲਾਂ ਆਪਣੀ ਜੁੱਤੀ ਅੰਦਰ ਕੀਤੀ। ਤੇ ਵਜ਼ੀਰ ਖਾਂ ਜਿਹੜਾ ਉਡੀਕਦਾ ਪਿਆ ਸੀ ਵੀ ਹੁਣ ਉਹ ਸਿਰ ਨੀਵਾਂ ਕਰਕੇ ਅੰਦਰ ਆਉਣਗੇ, ਤੇ ਸਾਹਿਬਜ਼ਾਦਿਆਂ ਨੇ ਮਾਨੋ ਉਹ ਕਹਿ ਰਹੇ ਸੀ ਵੀ ਤੁਹਾਨੂੰ ਸਲਾਮ ਕਰਦੀ ਹੈ ਸਾਡੀ ਜੁੱਤੀ। ਜ਼ੁਲਮ ਕਰਨ ਵਾਲਿਆਂ ਨੂੰ, ਪਾਪ ਕਰਨ ਵਾਲਿਆਂ ਨੂੰ ਕਾਹਦਾ ਸਲਾਮ। ਤੇ ਜਦੋਂ ਸਾਹਿਬਜ਼ਾਦੇ ਇਸ ਤਰ੍ਹਾਂ ਉਹਨਾਂ ਨੇ ਜੁੱਤੀ ਵਿਖਾ ਕੇ ਜਦੋਂ ਅੰਦਰ ਆਏ, ਆਉਂਦਿਆਂ ਸਾਰ ਉਹਨਾਂ ਨੇ ਫੇਰ ਬੋਲੇ ਸੋ ਨਿਹਾਲ ਦੇ ਜਕਾਰੇ ਲਾਏ, ਫਤਿਹ ਬੁਲੰਦ ਕੀਤੀ। ਤਾਂ ਇਸ ਤਰ੍ਹਾਂ ਅੱਜ ਸੂਬਾ ਸਰਹੰਦ ਦੇ ਉਸ ਕਚਹਿਰੀ ਦੇ ਵਿੱਚ ਮਲੇਰ ਕੋਟਲੇ ਦਾ ਨਵਾਬ ਵੀ ਬੈਠਾ ਹੈ। ਪਹਿਲਾਂ ਸੁੱਚਾ ਨੰਦ ਨੇ ਬੜੇ ਲਾਡ ਪਿਆਰ ਦੇ ਨਾਲ ਵੀ ਸਮਝਾਉਣਾ ਚਾਹਿਆ, ਜਦੋਂ ਨਾ ਗੱਲ ਬਣਦੀ ਦਿਸੀ ਤਾਂ ਉਸ ਸ਼ੇਰ ਮੁਹੰਮਦ ਖਾਨ ਨੂੰ ਵੀ ਕਿਹਾ ਗਿਆ ਕਿ ਤੁਹਾਡੇ ਭਰਾ, ਤੁਹਾਡੇ ਪਿਤਾ, ਤੁਹਾਡੇ ਕਈ ਰਿਸ਼ਤੇਦਾਰ ਗੁਰੂ ਸਾਹਿਬ ਮਹਾਰਾਜ ਦੇ ਹੱਥੋਂ ਮਾਰੇ ਗਏ ਨੇ, ਤੇ ਅੱਜ ਤੁਸੀਂ ਆਪਣੇ ਪਿਤਾ ਦਾ, ਆਪਣੇ ਮਾਰੇ ਗਏ ਭਰਾਵਾਂ ਦਾ ਬਦਲਾ ਲੈ ਲਓ। ਤਾਂ ਫਿਰ ਉਹ ਜਿਹੜਾ ਸ਼ੇਰ ਮੁਹੰਮਦ ਖਾਨ ਆ, ਉਹ ਉੱਥੇ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ। ਉਹਦੇ ਅੰਦਰ ਉਹਦੀ ਜ਼ਮੀਰ ਕਹਿ ਸਕਦੇ ਹਾਂ ਵੀ ਆਪਾਂ ਜਾਗਦੀ ਸੀ। कवि अल्लाह जार खान जोगी जी ने जिक्र किया है कि 2 भाई शेर खां व खिजर खां पठान थे, मलेरकोटला के वो मशहूर खान थे। एक रोज आके रन में लड़े कुछ जवान थे, गोविंद इनके बाप की ले बैठे जान थे। गुरु गोबिंद सिंह जी दे नाल टक्कर होई पहला ते इन्हां दा बाप मारिया गया सी। नाजम ने सुच्चा नंद ने उनसे कहा कि लो बदला पिदर का इनके लहू को बहा के लो। क्या गुरु गोबिंद सिंह जी दे बच्चे हन, इन्हां दा खून वहा के तुसीं बदला लो अपना। तां ओ जिहड़े
ਨਵਾਬ ਸੀ ਸ਼ੇਰ ਮੁਹੰਮਦ ਖਾਨ, ਉਹ ਕੋਈ ਸਿੱਖਾਂ ਦਾ ਹਮੈਤੀ ਨਹੀਂ ਸੀ, ਪਰ ਕਿਉਂਕਿ ਇਹ ਤਾਂ ਕੋਈ ਵੀ ਧਰਮ ਆਗਿਆ ਨਹੀਂ ਨਾ ਦਿੰਦਾ ਵੀ ਮਜਲੂਮਾਂ ਦੇ ਉੱਤੇ ਇੰਨਾ ਜ਼ੁਲਮ ਕੀਤਾ ਜਾਵੇ, ਤਾਂ ਉਸ ਨੇ ਇਨਕਾਰ ਕਰ ਦਿੱਤਾ। ਉਹ ਕਹਿ ਗਿਆ ਕਿ बदला ही लेना होगा तो हम लेंगे बाप से, महफूज रखे हमको खुदा से पाप से, कि मैं ये पाप नहीं करांगा। ते उस शेर मुहम्मद खान ने हा दा नारा मारिया। ते ये तां गुरु घर तां शीशे दी न्याई है, इत्थे तां जिहो जिहा किसे दा भाव होएगा ना, जिद्दां दी भावना होएगी, जिहा भाव तेहा फल पाया। ते मलेरकोटला अज भी उत्थे वसदा है। ये गुरु कीआं रहमतां ने। तां उस ने जदों इनकार कर दिता ना, वजीर खान नूं भी उहने कहा भी ये पाप कर रहे हैं तू, कुरान इस गल दी इजाजत नहीं दिंदी। ते जदों इस तरह वो कुछ गल्लां उहने कहीआं ना, तां ये सुन के सुच्चा नंद वो बहुत मन विच हैरान जा होया। ते वो इस वजीर खान नूं कहंदा भी तुसीं ना इन्हां ते तरस खाओ, शेर मुहम्मद खान दीयां गल्लां च ना किते आ जाओ, तुसीं इन्हां बच्चियां दीयां गल्लां च ना आ जाओ। क्योंकि गुरु के लाल भी बड़ी दलेरी दे नाल वजीर खान नूं कह रहे सी, मानो सच को मिटाओगे तो मिटोगे जहान से, डरता नहीं अकाल शहनशाह की शान से, उपदेश अपना सुन लो जरा दिल के कान से, हम कह रहे हैं तुमको खुदा की जुबान से। बाज आओ सर से हिंदू, मुलजम हो कोई हो, पंडित हो मौलवी हो या आलम हो कोई हो। ते जदों गुरु के लाला ने उस नूं साफ साफ कहता भी सच को मिटाओगे तो मिटोगे जहान से। तां जदों इस तरह वजीर खान भी कुछ नरम जा पै गया, ते सुच्चा नंद ने बलदी ते तेल पाया। वो की कहंदा है, क्या खूब है नवाब भी बातों में आ गए, उस बुत सिकन के। गुरु गोबिंद सिंह जी नूं बुत सिकन तां कहा क्योंकि भाव भी इत्थे कोई बुत्तां दी कोई पूजा नहीं, किल पर पूजा अकाल की। सुच्चा नंद वजीर खान नूं कहंदा क्या खूब है नवाब भी बातों में आ गए, उस बुत सिकन के बच्चों की घातों में आ गए, सरदार हो के आप भी लातों में आ गए, संभलो कहीं जो उनके हाथों में आ गए, कहते हैं जे तो बुरा शाहे हिंदुस्तान को। कहंदे तां हिंदुस्तान दे बादशाह नूं औरंगजेब नूं बुरा कह रहे ने, तुम देखते हो रहम से क्यों इनकी जान को, ते तुसी रहम भरियां निगाह दे वल क्यों वेखदे हो इन्हां बच्चियां दे वल। यह कोई मासूम नहीं हन, ये तां हिंदुस्तान दे बादशाह नूं बुरा कह रहे ने। कहते हैं जे तो बुरा शाहे हिंदुस्तान को, तुम देखते हो रहम से क्यों इनकी जान को। सुच्चा नंद कहंदा मैं तां कहना खैंचो जुबाने बार सर दरबार ऐसों की, मेरा जो बस चले सजावार ऐसों की। दिल्ली में जो रबट सुने सरकार ऐसों की, नहक कहो हम पे आ पड़े फिटकार ऐसों की। सुच्चा नंद कहंदा भी जे दिल्ली दरबार दे विच औरंगजेब नूं पता लग गया भी वजीर खान दे दरबार विच गुरु गोबिंद सिंह दे बच्चियां ने बुरा भला कहा ते इन्हां ने उन्हां नूं सजा नहीं दित्ती, ते कहंदे वेखो फिर अपने ते गल आ जानी है, औरंगजेब दा गुस्सा तुहाडे ते चढ़ जाएगा। ते कहंदा इन्हां बच्चियां दी तुसीं फिक्र ना करो, तकदीर फिर गई है तो कुछ अपना बस नहीं, इन पे दुहाई राम की खाना तरस नहीं। सुच्चानंद कहंदा इन्हां दी किस्मत ही हुण इन्हां नूं धोखा देगी, आपां की कर सकदे आ। सुच्चानंद ने बड़ा बलदी ते तेल पाया। ऐसा ना हो कि तख्त से तख्ता नसीब हो। वजीर खान नूं कहंदा हुण तां तुसीं तख्त ते बैठे हो ना, किते ऐसा ना होवे औरंगजेब अपनी तौहीन सुन के कि तुसीं गुरु गोबिंद सिंह दे बच्चों दे कोलों हिंदुस्तान दे बादशाह दी तौहीन सुनी ते सजा नहीं दित्ती। कहंदा ऐसा ना होवे कि तुहानूं तख्त तो तख्ते ते लटकना पवे। ऐसा ना हो कि तख्त से तख्ता नसीब हो, दुश्मन तुम्हारी जान का हर एक हबीब हो,
ਹਬੀਬ ਕਹਿੰਦੇ ਨੇ ਵੀ ਮਿੱਤਰ, ਵੀ ਜਿਹੜੇ ਤੁਹਾਡੇ ਮਿੱਤਰ ਹੋਰ ਜਿਹੜੇ ਸਾਰੇ ਇਹ ਸੂਬੇ ਨੇ, ਜਰਨੈਲ ਨੇ, ਉਹ ਕਿਤੇ ਤੁਹਾਡੇ ਦੁਸ਼ਮਣ ਨਾ ਕਿਤੇ ਬਣ ਜਾਣ। ਤੁਮ ਆਲੀ ਖਾਨਦਾਨ ਹੋ, शरीफ व नजीब हो, देखो बचा रहा हूँ तुम गड़े के करीब हो। कहना तुसी तो टोए दे किनारे ते खड़े हो, देखो किते टोए च डिग जाओ, भी वेखो किते रहम ना कर लियो इन्हां बच्चों दे उत्ते। इस तरह उस सुच्चे नंद ने बहुत सारियां गल्लां वधा चढ़ा के कहियां। कहंदा मंजूर जब के सांप का सर भी है फोड़ना, बेजा है फिर तो बचाए अफी को छोड़ना। कि जे आपां चाहुंदे आ भी सप दी सिरी फेहणी है ते कहंदा उन्हां दे बच्चिआं नूं क्यों छड्डिया जावे। 10वें गुरु का हो जो खजाना बटोरना, बच्चों की पहले बाप से गर्दन मरोड़ना। कहंदा गुरु गोबिंद सिंह नूं तां बाद विच मारिओ, मैं पहलां कहना भी उन्हां दे इन्हां बच्चिआं नूं मार मुकाओ पहलां। नाजम था इस लायन की बातों में आ गया, बेमेहर बेधर्म की था घातों में आ गया। कि ओह वजीर खां हुण इस शैतान सुच्चा नंद दियां इस कोझियां चालां विच आ गया। सुच्चा नंद कहंदा मैं तुहानूं जे नहीं यकीन आउंदा ना, मैं विखाउणा तुहानूं भी ये मासूम ने कि की ने। उहने पहले ब्योंत बनाई सी, उहने एक पासे मठियाई दा ढेर लगा दिता ते एक पासे उहने खिडौणे रख दिते ते एक पासे हथियार रख दिते ते साहिबजादियां नूं उधर दी लंघाया गया। बाबा जोरावर सिंह जी ते साहिबजादा बाबा फतेह सिंह जी ने ना तां वेखिया मठियाई दे ढेर वल, ना उन्हां ने वेखिया खिडौणियां दे वल, ते ਉਹ जिथे हथियार पए ने ते हथियारां दे कोल आके उन्होंने एक हथियार नूं हथ पाया, वेखण लग पे नीज दे नाल। ते सुच्चा नंद वजीर खां नूं कहंदा वेखो ये मासूम लगदे ने तुहानूं, ये तां सपोलीए हन, इन्हां ते रहम नहीं करना। ते फिर भी ब्योंत बनी कि चलो कोई गल नहीं, इन्हां नूं आखिरी मौका दे दिता जावे। जे ਇਹ कल नहीं मनणगे ते इन्हां नूं फिर काजी दे कोलों क्योंकि फतवा सुनाई दिता कि फिर इन्हां नूं नीहां विच चिण के शहीद किया जाएगा। शहीद तां असीं कहने आ, वो तां कहंदे होणगे भी इन्हां नूं असीं बुरी मौत ते मार देंगे। इस तरह कह दिता भी जाओ। उन्हां नूं ये भी कहा भी तुहाडे पिता गुरु गोबिंद सिंह जी, तुहाडे भरा वो मारे जा चुके ने। तां ये गुरु के लाल आखदे सन कि सानू मौत दीयां गल्लां करके डराउण दा यतन ना कर, असीं डरन वाले नहीं हाँ। ते हुण जदों इन्हां गुरु के लाला नूं दोबारा ठंडे बुरज विच भेजिया गया, माता गुजरी जी ने सारियां गल्लां बातां सुणियां ते माता जी ने शाबाश दिती अपने लाला नूं, कहा कि मैनू पूरी आस है तुहाडे ते कि तुसीं अपने दादे दी गुरु तेग बहादुर दी पग नूं दाग नहीं लाओगे। इसे तरह ही बच्चों कल दा दिन बड़ा भारी है ते तुसीं इसे तरह अडोल रहना है, धर्म तो कुर्बान ते हो जाना है, पर वेखियो किते डोल ना जाना। ते जदों गुरु के लाला नूं उथों ये जिहड़ा 13 पोह दा दिन चढ़दा है, 12 पोह दी रात भी इत्थे बतीत होई है, 13 पोह दा हुण दिन चढ़दा है ते सिपाही लैण आए ने ते उत्थे माता जी ने बड़े लाड़ प्यार दे विच गल्लां कीतियां ने। जाने से पहले गले लगा तो लूं, केसों को कंघी करूं, मुंह दुला तो लूं। बड़ा लाड प्यार माता गुजरी जी ने कीता है, कुट के अपने गले नाल लाया है। ते जदों वो सिपाही कड़क के बोले कि चलो छेती चलो, ते जदों वो लैके जांदे ने ना
एक ने साहिबजादा बाबा जोरावर सिंह जी की बांह फड़ी, एक ने साहिबजादा बाबा फतेह सिंह जी की बांह फड़ी। अखां कढ़ के वो दोवें जलादां वर्गे सिपाही डराउण का यतन करते हैं, पर वो भी दोवें गुरु के लाल घूर के बहते ने उन्हां सिपाहियां नूं। ते उत्थे एक साडे बड़े महान ढाडी सत्कारयोग सोहन सिंह जी शीतल, उन्होंने बड़ियां सोहणियां चंद लाइनां लिखियां ने। वो लिखते ने, तुर पे दोवें लाडले जद फतेह बुला के, वार आखरी मां दे चरनी हथ ला के, बूहे विच परत के बोले मुस्का के। जदों वो सिपाही खिंच के लैके तुरे ना, उन्होंने पिछां मुड़ के अपनी दादी मां दे वल वेख्या ते आख्या, मां उडीकांगे असीं सचखंड विच जाके, पर ना आउणा तुसां बहुता चिर ला के। थक ना जाइए अम्मीए असीं औसियां पाके, साडा जी नहीं लगना, मां छेती आउणा, नहीं तां रुस पऊ फतेह सिंह तेरा जी परचाउणा। मां तुसीं छेती आ जाना। ते जदों माता ने मानो ये बोल सुने, उस कवि दी उडारी है कि सुन मूरत प्यार दी उठी बल ला के, विच दलीजां जा खली बाही हथ पाके, रुक गई ममता तड़पदी बुल्लां तक आके, पीले हंजू अंदरे उस डीकां लाके, भाणा मन अकाल दा बोली मुस्का के, चलो मेरे हीरियो मैं मगरे आवां, पुत्तां पिछों जिउंदियां कद सुनियां मावां, पुत्रां उदाले राम कर मावां दियां बावां, मां पुत्रां दी सांझ ज्यों चानण परछावां। जाओ मेरे बच्चिओ क्यों करदे देरी, मर्दां दी नित होवंदी पुत वाट लमेरी, रुकण न पांदी सच दे तक मींह हनेरी। माता गुजर कौर जी ने बड़ी चढ़दी कला दे नाल अपने पोतरियां नूं सोहणे लाला नूं तोरिया। बुलंद आवाज विच गुरु के लाल माता जी नूं आखिरी फतेह बुला के गए ने। वाहिगुरु जी का खालसा, वाहिगुरु जी की फतेह। कचहरी विच जाके फिर गुरु के लाल उच्ची बुलंद आवाज दे विच जयकारे छड़दे ने। ते हुण कचहरी दे विच फिर उन्हां नूं ओही रटियां रटाइयां गल्लां फिर दोहराइयां गईयां। तुसीं इस्लाम कबूल कर लो, क्यों तुसीं अपनियां जानां गवाउंदे हो, तुहानूं राज भाग सुख सहूलतां दित्तियां जाणगीआं। बड़ा कुछ कीता। तां ओह कहिंदे भी तुसीं अपनियां जानां क्यों गवाउंदे हो? ते गुरु के लाल मानो उन्हां नूं कह रहे सी, कौन कहंदा भी असीं अपनियां जानां गवा रहे हैं? उन्होंने मानो बुलंद आवाज विच कहा कि हम जान दे के औरों की जाने बचा चले, सिक्खी की नींव हम है सरों पे उठा चले, गुरियाई का है किस्सा जहां में बना चले, सिंहों की सल्तनत का है पौधा लगा चले, गद्दी ओ तख्त बस अब कौम पाएगी, दुनिया में जालमों का निशान तक मिटाएगी। ते गुरु के लाल ये सच दा हुक्का बुलंद करते रहे, ना डरे ना घबराए। आखिर उन्होंने सजा सुना दी गई कि इन्हों नीहां दे विच चिण दिता जाए। आले दुआले कंधां कर दित्तियां गईयां। कवि अल्लाह जारखां जोगी जी दे बोल हन कि ठोडी तक ईंटे चिन दी गई, मूँहों तक आ गई, बीनी को ढांपते ही वो आँखों पे छा गई, हर चांद सी जबी को ग्रहण सा लगा गई, लखते जिगर गुरु के वो दोनों छुपा गई। वो कंधां चंद वर्गे सोहणे मुखड़ियां नूं छुपा गईयां। जदों नीहां विच चिणिया, साह रुकिया, दम घुटिया ते वो कंधां डिग पईयां ने, कंधां पाट गईयां। उस तो बाद शासल बेग ते बाशल बेग ने उन्हां दे उत्ते कोई केस चलदा सी। उन्हां नूं कहा कि तुहानूं वरी कर देंगे, तुसीं ऐ पाप कमाओ।
ਉਹ ਸ਼ਾਸਲ ਬੇਗ ਤੇ ਬਾਸ਼ਲ ਬੇਗ ਇਹ ਸਮਾਣੇ ਦੇ ਰਹਿਣ ਵਾਲੇ ਸਨ। ਉਹਨਾਂ ਨੇ ਗੁਰੂ ਕੇ ਲਾਲਾਂ ਦੀ ਛਾਤੀ ਉੱਤੇ ਗੋਡਾ ਰੱਖਿਆ, ਛੁਰੀ ਦੇ ਨਾਲ ਉਹਨਾਂ ਨੂੰ ਜ਼ਿਬਾ ਕੀਤਾ ਗਿਆ। ਉਹਨਾਂ ਦੀ ਸ਼ਹਾਦਤ ਹੋ ਗਈ। ਗੁਰੂ ਕੇ ਲਾਲ ਸ਼ਹਾਦਤ ਦਾ ਜਾਮ ਪੀ ਗਏ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਇਹ ਲਖ ਤੇ ਜਿਗਰ ਇਸ ਤਰ੍ਹਾਂ ਹੱਸਦੇ ਹੋਏ ਸੱਚ ਤੋਂ ਕੁਰਬਾਨ ਹੋ ਗਏ। ਉਹਨਾਂ ਨੇ ਕਿਸੇ ਤਰ੍ਹਾਂ ਦਾ ਮਨ ਵਿੱਚ ਕੋਈ ਡਰ ਨਹੀਂ ਲਿਆਂਦਾ, ਕਿਸੇ ਤਰ੍ਹਾਂ ਦਾ ਕੋਈ ਲੋਭ ਨਹੀਂ ਧਾਰਨ ਕੀਤਾ। ਸੱਚ ਤੋਂ ਉਹ ਕੁਰਬਾਨ ਹੋ ਗਏ। ਉਹਨਾਂ ਐਸੀਆਂ ਮਹਾਨ ਰੂਹਾਂ ਨੂੰ ਅਸੀਂ ਪ੍ਰਣਾਮ ਕਰੀਏ। ਜਦੋਂ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਨੇ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਤੇ ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਰਾਏ ਕੱਲੇ ਕੋਲ ਨੇ, ਨੂਰੇ ਮਾਹੀ ਨੂੰ ਗੁਰੂ ਸਾਹਿਬ ਮਹਾਰਾਜ ਜਦੋਂ ਪੁੱਛਦੇ ਨੇ ਨਾ, ਨੂਰਿਆ ਤੂੰ ਰੂਬਰੂ ਸੈਂ, ਕੋਈ ਗੱਲ ਨਾ ਛੁਪਾਈ, ਸੱਚ ਸੱਚ ਦਸੀ, ਕੋਈ ਕਹਿਰ ਨਾ ਕਮਾਈ। ਤੇਸੀ ਦੀ ਸੱਟ ਜਦ ਲੱਗੀ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤੇ ਨਹੀਂ ਮਾਰੀ। ਪੁੱਛ ਰਹੇ ਨੇ ਗੁਰੂ ਸਾਹਿਬ ਮਹਾਰਾਜ ਕਿ ਕਿਤੇ ਮੇਰੇ ਲਾਲ ਘਬਰਾ ਤੇ ਨਹੀਂ ਸਨ ਗਏ। ਤਾਂ ਉਸ ਫਿਰ ਨੂਰੇ ਮਾਹੀ ਨੇ ਦੱਸਿਆ, ਸਰਹੰਦ ਤੋਂ ਖਬਰ ਮਿਲੀ, ਲਾਲ ਟੁਰ ਗਏ। ਸਰਹੰਦ ਤੋਂ ਖਬਰ ਮਿਲੀ, ਲਾਲ ਟੁਰ ਗਏ। ਸੂਬੇ ਨੇ ਉਹਨਾਂ ਨਿਮਾਣੀਆਂ ਜਿੰਦਾਂ ਨੂੰ ਕੰਧਾਂ 'ਚ ਨਪੀੜ ਦਿੱਤਾ, ਕੋਮਲ ਜੇ ਸਰੀਰਾਂ ਨੂੰ ਕੰਧਾਂ 'ਚ ਨਪੀੜ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਦਾ ਸ਼ੁਕਰ ਕੀਤਾ। ਪਤਾ ਨਹੀਂ ਉਹ ਕਿਸ ਰੰਗ ਵਿੱਚ, ਕਿਸ ਮੌਜ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਕੌਤਕ ਵਰਤਾਏ। ਅਸੀਂ ਤੇ ਇਹੀ ਆਖ ਸਕਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕਿਸ ਸਬਰ ਸੇ ਹਰ ਏਕ ਕੜੀ ਤੂਨੇ ਉਠਾਈ, किस शुक्र से हर चोट है कलेजे पे खाई। वालिद को कटाया कभी औलाद कटाई, की फिक्र में फाके में हजारों से लड़ाई। धन गुरु गोबिंद सिंह महाराज सच्चे पिता जी, उन्हां दे लख ते जिगर छोटे साहिबजादे बाबा जोरावर सिंह जी, साहिबजादा बाबा फतेह सिंह जी अते माता गुजर कौर जी, उन्हां दी इस लाशानी शहादत नूं कोटान कोट प्रणाम है। ओ रूह बाबा मोती मेहरा जिन्हें दुध पिला के सेवा की, उन्हां दी कुर्बानी नूं भी प्रणाम है, क्योंकि उन्हां ते भी हुकूमत ने जुल्म ढाया, कोलू च नपीड़ दिता उन्हां नूं परिवार दे समेत। ते ओ महान रूह दीवान टोडर मल, जिसने कि ज्योति स्वरूप वाले स्थान ते इन्हां तीन रब्बी रूहां दा संस्कार करके बहुत वड्डी उन्हें भी सेवा निभाई। सतगुरु कृपा करे, हुईयां बेअंत भुल्लां खिमा करनियां जी। वाहिगुरु जी का खालसा, वाहिगुरु जी की फतेह।